ਹੈਲੋ ਨਰਸਿੰਗ ਆਫੀਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫੀਸਰਸ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇ ਬਾਰੇ, ਜਿਸ ਦੇ ਕੁਝ ਪਾਰਟਸ ਅਸੀਂ ਪ੍ਰੀਵੀਅਸ ਵੀਡੀਓ ਵਿੱਚ ਡਿਸਕਸ ਕੀਤੇ ਨੇ। ਸੋ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓਜ਼ ਦੇਖ ਸਕਦੇ ਹੋ। ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਦੇ ਨਾਲ। ਵਿਚ ਸਿੰਪਟਮ ਐਕਸਪੀਰੀਐਂਸਡ ਬਾਈ ਅ ਕਲਾਇੰਟ ਡਾਇਗਨੋਜ਼ਡ ਵਿਦ ਸਕਿਜ਼ੋਫਰੇਨੀਆ ਵੁੱਡ predict a less positive prognosis? Option A, hearing hostile voices. Option B, having little or no interest in work or social activities. Option C, continuously repeating what has been said. Option D, thinking the TV is controlling his or her behavior. So ਇਹਨਾਂ ਵਿੱਚੋਂ ਕਿਹੜਾ ਸਾਈਨ ਹੈ ਸਕਿਜ਼ੋਫਰੇਨੀਆ ਦਾ ਜਿਹਦਾ ਲੈਸ ਪੋਜ਼ਿਟਿਵ ਪ੍ਰੋਗਨੋਸਿਸ ਹੈ, ਜਿਹਦਾ ਪ੍ਰੋਗਨੋਸਿਸ ਪੂਅਰ ਹੈ? ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ ਬੀ, ਹੈਵਿੰਗ ਲਿਟਲ ਔਰ ਨੋ ਇੰਟਰਸਟ ਇਨ ਵਰਕ ਔਰ ਸੋਸ਼ਲ ਐਕਟੀਵਿਟੀ। ਜਿਸ ਪੇਸ਼ੈਂਟ ਦਾ ਕੋਈ ਵੀ ਇੰਟਰਸਟ ਨਹੀਂ ਹੈ ਸੋਸ਼ਲ ਵਰਕ ਤੇ ਐਕਟੀਵਿਟੀਜ਼, ਠੀਕ ਹੈ, ਵਿਡਰੋਲ ਕਰੇਗਾ ਪੇਸ਼ੈਂਟ। ਹੁਣ ਚੱਲਦੇ ਆਪਾਂ ਨੈਕਸਟ question te. An important role of nurse is to facilitate social interaction between a patient who is paranoid and the patient's peer. The nurse implement this intervention based on the understanding that the patient with paranoid personality disorder, option A, is gregarious in social style. Option B, tends to exhibit loose boundary when sharing feelings. Option C, like to be around large group of people. Option D, tends to be isolated and lack of social skill. So paranoid patient ਹੈ, ਸਾਨੂੰ ਪਤਾ ਹੈ paranoid schizophrenia ਵਿੱਚ ਕੀ ਹੋਏਗਾ, patient suspicious ਹੋਏਗਾ। ਜਿਹੜਾ ਵੀ patient suspicious ਹੋਏਗਾ ਉਹ ਜ਼ਿਆਦਾ interact ਨਹੀਂ ਕਰੇਗਾ ਹੋਰ persons ਦੇ ਨਾਲ ਤੇ ਆਪਣੀ feelings ਵੀ properly ਕਿਸੇ ਨੂੰ ਨਹੀਂ ਦੱਸ ਪਾਉਂਦਾ, ਠੀਕ ਹੈ, properly open ਨਹੀਂ ਹੁੰਦਾ ਕਿਸੇ ਦੇ ਨਾਲ, ਤੇ ਮਤਲਬ ਉਹ isolated ਰਹਿਣਾ ਜ਼ਿਆਦਾ ਪਸੰਦ ਕਰੇਗਾ rather than in groups. So ਇਹਨਾਂ ਵਿੱਚੋਂ ਸਾਡੀ ਕਿਹੜੀ option right ਹੋਈ paranoid schizophrenia ਦੇ ਲਈ? option D, tends to be isolated and lacks of social skills. So ਸਾਡੀ ਜਿਹੜੀ ਬਾਕੀ options ਹੈ ਉਹਨਾਂ ਵਿੱਚੋਂ ਉਹੀ ਕਿਹਾ ਗਿਆ ਕਿ large group of people ਜਾਂ lose boundary when sharing feelings ਜਾਂ socialization. So ਇਹ ਸਾਰੀਆਂ ਚੀਜ਼ਾਂ paranoid schizophrenia ਵਾਲਾ patient ਨਹੀਂ ਕਰੇਗਾ, ਉਹ isolated ਰਹੇਗਾ ਤੇ ਉਹਦੇ social skills ਘੱਟ ਹੋਣਗੇ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। A patient become angry and aggressive towards the nurse after speaking on the phone with his mother. The student nurse recognize this with which of the coping mechanism? Option A, displacement. Option B, transference. Option C, projection. Option D, sublimation. So ਕੁਐਸਚਨ ਵਿੱਚ ਕੀ ਕਿਹਾ ਗਿਆ ਹੈ ਕਿ ਇੱਕ ਪੇਸ਼ੈਂਟ ਆਪਣੀ ਮਦਰ ਨਾਲ ਗੱਲ ਕਰਦਾ ਐਗਰੈਸਿਵ ਹੋ ਗਿਆ ਸੀ ਤੇ ਜੋ ਸਟਾਫ ਨਰਸ ਉਸ ਨੂੰ ਦੇਖ ਰਹੀ ਹੈ ਉਸ ਤੇ ਗੁੱਸਾ ਕਰ ਰਿਹਾ ਹੈ, ਠੀਕ ਹੈ। ਮਦਰ ਦੇ ਨਾਲ ਪੇਸ਼ੈਂਟ ਐਗਰੈਸਿਵ ਸੀ ਜਾਂ ਮਦਰ ਦੇ ਨਾਲ ਉਸਨੂੰ ਗੁੱਸਾ ਸੀ, ਬਟ ਉਹ ਗੁੱਸਾ ਕਿਸ ਤੇ ਨਿਕਾਲ ਰਿਹਾ? ਸਟਾਫ ਤੇ। ਇਹ ਕਿਹੜੀ ਡਿਫੈਂਸ ਮੈਕੈਨਿਜ਼ਮ ਯੂਜ਼ ਕਰ ਰਿਹਾ ਹੈ? ਆਪਸ਼ਨ ਏ, ਡਿਸਪਲੇਸਮੈਂਟ, ਠੀਕ ਹੈ। ਡਿਸਪਲੇਸਮੈਂਟ 'ਚ ਕੀ ਹੁੰਦਾ ਹੈ ਕਿ ਜੋ ਨੈਗੇਟਿਵ ਫੀਲਿੰਗ ਹੈ ਫਰੋਮ ਵਨ ਪਰਸਨ ਔਰ ਥਿੰਗ ਟੂ ਅਨਦਰ ਪਰਸਨ ਟ੍ਰਾਂਸਫਰ ਕਰਦਾ ਪੇਸ਼ੈਂਟ। ਨੈਗੇਟਿਵ ਫੀਲਿੰਗ ਜਿਹੜੀਆਂ ਕਿਸੇ ਇੱਕ ਪਰਸਨ ਦੇ ਕਾਰਨ ਜਾਂ ਇੱਕ ਪਰਸਨ ਲਈ ਸੀਗੀ ਦੂਸਰੇ ਪਰਸਨ ਤੇ। ਜਿਵੇਂ ਕਿ ਇਸ ਦੀ ਇੱਕ ਹੋਰ ਆਪਸ਼ਨ ਕੀ ਹੈ ਕਿ ਜਿਵੇਂ ਕੋਈ EMPLOYEE ਹੈ, ਉਸਦੇ ਬੌਸ ਨੇ ਉਹਨੂੰ ਡਾਂਟਿਆ ਹੈ ਜਾਂ ਆਫਿਸ 'ਚ ਉਸਨੂੰ ਡਾਂਟ ਪਈ ਹੈ, ਤਾਂ ਉਹ ਬੌਸ ਨੂੰ ਤਾਂ ਡਾਇਰੈਕਟਲੀ ਕੁਝ ਨਹੀਂ ਬੋਲ ਸਕਦਾ ਤੇ ਉਹ ਘਰੇ ਆ ਕੇ ਡੌਗ ਨੂੰ ਕਿਕ ਕਰਦਾ ਹੈ ਜਾਂ ਵਾਈਫ ਨਾਲ ਲੜਾਈ ਕਰਦਾ ਹੈ। ਸੋ ਇਹ ਕੀ ਹੈ? ਡਿਸਪਲੇਸਮੈਂਟ। ਹੁਣ ਆਪਾਂ ਅਦਰ ਆਪਸ਼ਨ ਵੀ ਡਿਸਕਸ ਕਰਦੇ ਹਾਂ। ਟ੍ਰਾਂਸਫਰੈਂਸ। ਟ੍ਰਾਂਸਫਰੈਂਸ ਕੀ ਹੁੰਦਾ ਹੈ ਕਿ ਇਮੇਜ ਆਫ ਵਨ ਪਰਸਨ ਇਜ਼ ਅਨਕੌਂਸ਼ੀਅਸਲੀ that of another. means ਕਿ ਕੋਈ ਪੇਸ਼ੈਂਟ ਹੈ, ਇਸ ਦੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ। ਜਿਵੇਂ ਕਿ ਕੋਈ ਪੇਸ਼ੈਂਟ ਹੈ ਉਹ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਰਿਕੋਗਨਾਈਜ਼ ਕਰਦੀ ਹੈ ਕਿ ਜਿਹੜੀ ਸਟਾਫ ਨਰਸ ਆਈ ਹੈ ਉਸਨੂੰ ਆਪਣੀ ਬੇਟੀ ਦੀ ਤਰ੍ਹਾਂ ਲੱਗਣ ਲੱਗ ਜਾਂਦੀ ਹੈ, ਠੀਕ ਹੈ। ਉਸਨੂੰ ਟ੍ਰਾਂਸਫਰੈਂਸ ਬੋਲਦੇ ਆ। ਜਿਵੇਂ ਕਿ ਸੇਮ ਹਾਈਟ ਜਾਂ ਸੇਮ ਫੀਚਰਸ ਥੋੜੇ ਫੀਚਰਸ ਮਿਲਦੇ ਹੋਣ ਤਾਂ ਉਹ ਉਸਨੂੰ ਆਪਣੀ ਬੇਟੀ ਦੀ ਤਰ੍ਹਾਂ ਪਿਆਰ ਕਰਨ ਲੱਗ ਜਾਂਦੀ ਹੈ। ਇਸ ਦੇ ਨਾਲ ਇੱਕ ਹੋਰ ਹੁੰਦਾ ਹੈ ਕਾਊਂਟਰ ਟ੍ਰਾਂਸਫਰੈਂਸ। ਕਾਊਂਟਰ ਟ੍ਰਾਂਸਫਰੈਂਸ ਕੀ ਹੁੰਦਾ ਹੈ ਕਿ ਜਿਵੇਂ ਕੋਈ ਸਟਾਫ ਹੈ, ਸਟਾਫ ਵੀ ਕਿਸੇ ਪੇਸ਼ੈਂਟ ਨੂੰ ਆਪਣੇ ਕਿਸੇ ਰਿਲੇਟਿਵ ਦੀ ਤਰ੍ਹਾਂ ਰਿਕੋਗਨਾਈਜ਼ ਕਰਨ ਲੱਗ ਜਾਂਦਾ ਹੈ। ਜਿਵੇਂ ਕਿ ਕੋਈ 올ਡ ਏਜ ਪਰਸਨ ਹੈ ਤਾਂ ਸਟਾਫ ਉਸਨੂੰ ਐਜ਼ ਅ ਗ੍ਰੈਂਡ ਮਦਰ ਰਿਕੋਗਨਾਈਜ਼ ਕਰਨ ਲੱਗ ਜਾਏ, ਠੀਕ ਹੈ। ਤੇ ਨੈਕਸਟ ਆਪਸ਼ਨ ਕੀ ਸੀ? ਪ੍ਰੋਜੈਕਸ਼ਨ। ਪ੍ਰੋਜੈਕਸ਼ਨ ਕੀ ਹੈ? ਅਨਵਾਂਟਡ ਫੀਲਿੰਗ ਡਿਸਪਲੇਸਡ ਔਨਟੂ ਅਨਦਰ ਪਰਸਨ ਔਰ ਰੀਜ਼ਨ, ਠੀਕ ਹੈ, ਵੇਅਰ ਦੇ ਕੈਨ ਬੀ ਅਪੀਅਰ ਐਜ਼ ਅ ਥ੍ਰੈਟ ਫਰੋਮ ਦਾ ਐਕਸਟਰਨਲ ਵਰਲਡ। ਮੀਨਸ ਕੀ ਹੈ? ਪੇਸ਼ੈਂਟ ਦਾ ਪਰਸਨ ਇੱਕ ਸੋਸ਼ਲ ਥ੍ਰੈਟ ਦੇ ਕਰਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਜੋ ਅਨਵਾਂਟਡ ਫੀਲਿੰਗਸ ਹੈ ਉਸਨੂੰ ਡਿਸਪਲੇਸ ਕਰਦਾ ਹੋਰ ਤਰੀਕੇ ਨਾਲ ਜਾਂ ਹੋਰ ਪਰਸਨ ਤੇ। ਫੋਰ ਐਗਜ਼ਾਮਪਲ ਕੋਈ ਸਟੂਡੈਂਟ ਹੈ ਜਿਸ ਨੂੰ ਡਰ ਹੈ ਕਿ ਉਹ ਐਗਜ਼ਾਮ 'ਚ ਫੇਲ ਹੋ ਜਾਏਗਾ, ਸੋ ਉਹ ਘਰੇ ਆ ਕੇ ਬੋਲ ਰਹੇ ਕਿ ਐਗਜ਼ਾਮ ਬਹੁਤ ਟਫ ਬਣਾਇਆ ਸੀ, ਐਗਜ਼ਾਮੀਨਰ ਨੇ ਬਹੁਤ ਟਫ ਪੇਪਰ ਬਣਾਇਆ ਸੀ, ਜਾਂ ਫਿਰ ਇਹ ਬੋਲੇਗਾ ਕਿ ਜਿਸਨੇ ਅਗਰ ਉਹ ਫੇਲ ਹੋ ਜਾਂਦਾ ਉਸ ਤੋਂ ਬਾਅਦ ਬੋਲੇਗਾ ਕਿ ਐਗਜ਼ਾਮੀਨਰ ਨੇ ਟਾਈਟ ਮਾਰਕਿੰਗ ਕੀਤੀ ਹੈ। ਇਹ ਸੀ ਪ੍ਰੋਜੈਕਸ਼ਨ। ਨੈਕਸਟ ਕੀ ਹੈ? ਸਬਸਟੀਟਿਊਸ਼ਨ। ਸਬਸਟੀਟਿਊਸ਼ਨ ਕੀ ਹੈ ਕਿ ਚੈਨਲਿੰਗ ਅਨਵਾਂਟਡ ਔਰ ਅਸੈਪਟੇਬਲ ਅਰਜਸ ਇਨਟੂ ਐਡਮਿਸਿਬਲ ਔਰ ਪ੍ਰੋਡਕਟਿਵ ਆਊਟਲੈਟ ਔਰ ਅਟੇਨੇਬਲ ਗੋਲ। ਫੋਰ ਐਗਜ਼ਾਮਪਲ ਆਪਾਂ ਸਬਸਟੀਟਿਊਟ ਕਰਦੇ ਹਾਂ। ਜਿਵੇਂ ਕੋਈ ਪਰਸਨ ਹੈ ਜਿਹੜਾ ਕਿ ਸਟੱਡੀ 'ਚ ਵੀਕ ਹੈ ਤੇ ਉਹ ਬਹੁਤ ਜ਼ਿਆਦਾ ਉਸ ਸਟੱਡੀ 'ਚ
कुछ बहुत वड्डा नहीं अटेन कर पा रहा, तो वो गेम्स च बहुत अच्छा परफॉर्म कर रहा है, ठीक है, स्पोर्ट्स अगे निकल रहा है। सो ये सी इस क्वेश्चन दे आंसर। तो इस क्वेश्चन का राइट आंसर है डिसप्लेसमेंट। हुण चलदे आपां नेक्स्ट क्वेश्चन ते। नर्सिंग मे बी डिफाइंड एज अ डायग्नोसिस एंड ट्रीटमेंट ऑफ ह्यूमन रिस्पॉन्सेज टू हेल्थ एंड इलनेस। दिस डेफिनेशन ऑफ नर्सिंग इज गिवन बाय ऑप्शन ए नाइटिंगेल, ऑप्शन बी अमेरिकन नर्सिंग एसोसिएशन, ऑप्शन सी हैंडरसन, ऑप्शन डी वर्ल्ड हेल्थ ऑर्गेनाइजेशन। सो की क्वेश्चन च कि डायग्नोसिस एंड ट्रीटमेंट ऑफ ह्यूमन रिस्पॉन्सेज टू हेल्थ एंड इलनेस ये किने डेफिनेशन दित्ती सी? अमेरिकन नर्सिंग एसोसिएशन ने इन ईयर 1995। ते अदर ऑप्शन भी आपां डिस्कस कर लेंदे आ। सो साडी राइट ऑप्शन है ऑप्शन बी, जेडी कि ए ऑप्शन है नाइटिंगेल। सो फ्लोरेंस नाइटिंगेल ने केड़ी डेफिनेशन दित्ती सी? बेसिकली उन्होंने एनवायरमेंटल थ्योरी दित्ती सी, जिस क्या है कि नर्सिंग इज द एक्ट ऑफ यूटिलाइजिंग एनवायरमेंट ऑफ द पेशेंट टू असिस्ट इन हिज रिकवरी। उस जो 5 फैक्टर्स दसे सी उन्होंने, प्योर वाटर, फ्रेश एयर, एफिशिएंट ड्रेनेज, क्लीनलीनेस और सैनिटेशन। नेक्स्ट की है हैंडरसन, वर्जीनिया हैंडरसन ने केड़ी दित्ती सी? द यूनिक फंक्शन ऑफ नर्स इज टू असिस्ट द इंडिविजुअल सिक और वेल इन द परफॉर्मेंस ऑफ दोज एक्टिविटीज कंट्रीब्यूटिंग टू हेल्थ और इट्स रिकवरी दैट ही वुड परफॉर्म अनएडेड इफ ही हैड नेसेसरी स्ट्रेंथ, विल और नॉलेज। ते नेक्स्ट की है WHO। WHO दी केड़ी डेफिनेशन है नर्सिंग दी? हेल्थ इज अ स्टेट ऑफ कंप्लीट फिजिकल, मेंटल एंड सोशल वेलबींग, नॉट मेयरली द एब्सेंस ऑफ डिजीज। सो इस क्वेश्चन दा राइट आंसर केड़ा है? ऑप्शन बी, अमेरिकन नर्सिंग एसोसिएशन। हुण चलदे आपां नेक्स्ट क्वेश्चन ते। अ प्रेग्नेंट वूमन इज हॉस्पिटलाइज्ड फॉर द ट्रीटमेंट ऑफ प्रेगनेंसी इंड्यूस्ड हाइपरटेंशन इन द 3rd trimester. She is receiving magnesium sulfate intravenously. The nurse understands that this medication is used mainly to option A prevent convulsive seizure, option B decrease the respiratory rate, option C increase uterine flow, option D maintain normal blood pressure. तो साडे कोल की है? साडे कोल पेशेंट है कि PIH ਦਾ पेशेंट है ਤੇ 3rd trimester है, मींस कि 7 to 9 मंथ ਚੱਲ ਰਿਹਾ पेशेंट ਦਾ। ਸੋ ਉਸਨੂੰ ਮੈਗਨੀਸ਼ੀਅਮ ਸਲਫੇਟ ਦੇ ਰਹੇ ਆ ਆਪਾਂ। ਸਾਨੂੰ ਪੁੱਛਿਆ ਕੀ ਹੈ ਕਿ ਮੈਗਨੀਸ਼ੀਅਮ ਦਾ ਇਫੈਕਟ ਕੀ ਹੈ, ਕਿਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਆਪਾਂ ਮੈਗਨੀਸ਼ੀਅਮ ਦੇ ਰਹੇ ਆ। ਸੋ ਆਪਾਂ ਨੂੰ ਪਤਾ ਹੈ ਕਿ ਮੈਗਨੀਸ਼ੀਅਮ ਸਲਫੇਟ ਹੈ ਜੋ ਆਪਾਂ ਦੋ ਤਰ੍ਹਾਂ ਯੂਜ਼ ਕਰਦੇ ਆ ਪ੍ਰੈਗਨੈਂਸੀ, ਇੱਕ ਐਜ਼ ਅ ਟੋਕੋਲਿਟਿਕ, ਇੱਕ ਐਂਟੀ ਕਨਵਲਸੈਂਟ। ਸੋ ਐਜ਼ ਅ ਟੋਕੋਲਿਟਿਕ ਆਪਾਂ ਉਦੋਂ ਯੂਜ਼ ਕਰਦੇ ਆ ਟੂ ਪ੍ਰੀਵੈਂਟ ਦਾ ਪ੍ਰੀਟਰਮ ਲੇਬਰ। ਨੈਕਸਟ ਕੀ ਹੈ? ਦੂਸਰਾ ਐਂਟੀ ਕਨਵਲਸੈਂਟ ਦਿੰਦੇ ਆ ਇਹ ਪ੍ਰੀ ਐਕਲੈਂਪਸ਼ੀਆ या इंपेंडिंग एक्लैम्पशिया च देंदे टू प्रिवेंट सीजर और टू ट्रीट सीजर। सो साडा राइट ऑप्शन की है? ऑप्शन ए टू प्रिवेंट कन्वल्सिव सीजर्स। हुण पढ़दे हां आपां इस दी डोज दे बारे, जेड़ा कि बहुत बार एग्जाम विच पूछा गया है, सानू पता होना चाहिए है। इस दी डोज की है? मैग्नीशियम सल्फेट दी टोटल लोडिंग डोज 14 ग्राम जांदी है, जिस विच आपां 4 ग्राम पेशेंट नू IV दिंदे आ ते 10 ग्राम डीप IM दिंदे आ, 5 ग्राम ऑन ईच बटक, ठीक है। ते उस तो बाद मेंटेनेंस डोज चलदी है जेड़ी कि 5 ग्राम एवरी 4 आवर। इस एक होर बहुत इंपॉर्टेंट क्वेश्चन बनता है, ਜਦੋਂ ਕਿ ਮੈਗਨੀਸ਼ੀਅਮ ਸਲਫੇਟ ਕਿਸੇ ਪੇਸ਼ੈਂਟ ਨੂੰ ਚੱਲ ਰਿਹਾ ਹੁੰਦਾ ਹੈ ਤਾਂ ਆਪਾਂ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ। ਜਦੋਂ ਵੀ ਆਪਾਂ ਨੈਕਸਟ ਡੋਜ਼ ਲਾਣੀ ਹੈ, ਮੀਨਸ ਐਵਰੀ 4 ਆਵਰ ਆਪਾਂ ਨੈਕਸਟ ਡੋਜ਼ ਲਾਉਂਦੇ ਆ, ਤਾਂ ਉਸ ਤੋਂ ਪਹਿਲਾਂ ਆਪਾਂ ਕੀ ਚੈੱਕ ਕਰਨਾ ਹੁੰਦਾ ਹੈ? ਇੱਕ ਤਾਂ ਨੀ ਜਰਕ ਚੈੱਕ ਕਰਨਾ ਹੁੰਦਾ ਹੈ। ਨੀ ਜਰਕ ਮੀਨਸ ਕਿ ਨੀ ਦਾ ਜੋ ਰਿਫਲੈਕਸ ਹੈ, ਕਿਉਂਕਿ ਜੋ ਮੈਗਨੀਸ਼ੀਅਮ ਦਾ ਸਾਈਡ ਇਫੈਕਟ ਹੈ ਕਿ ਇਹ ਰਿਫਲੈਕਸ ਸਲੋ ਕਰ ਦਿੰਦਾ ਹੈ। ਤੇ ਹੋਰ ਕੀ ਦੇਖਣਾ ਹੁੰਦਾ ਹੈ ਆਪਾਂ? ਬਰੀਥਿੰਗ ਮੀਨਸ ਕਿ ਰੈਸਪੀਰੇਟਰੀ ਰੇਟ ਮੋਰ ਦੈਨ 12 ਹੋਣੀ ਚਾਹੀਦੀ ਹੈ ਨੈਕਸਟ ਡੋਜ਼ ਦੇ ਲਈ। ਤੇ ਹੋਰ ਕੀ ਦੇਖਣਾ ਹੈ? यूरिन आउटपुट शुड बी मोर देन 30 ml per hour। सो ਆਪਾਂ ਤਿੰਨ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੈ, ਨੀ ਜਰਕ, ਰੈਸਪੀਰੇਟਰੀ ਰੇਟ ਐਂਡ ਯੂਰਿਨ ਆਉਟਪੁੱਟ। ਤੇ ਇਸ ਚ ਇੱਕ ਹੋਰ ਕੁਐਸਚਨ ਬਣਦਾ ਹੈ ਕਿ ਮੈਗਨੀਸ਼ੀਅਮ ਦਾ ਐਂਟੀਡੋਟ ਕੀ ਹੈ? ਇਹ PGI ਪੋਸਟ ਬੇਸਿਕ ਐਂਟਰੈਂਸ ਵਿੱਚ ਪੁੱਛਿਆ ਗਿਆ ਸੀ। ਮੈਗਨੀਸ਼ੀਅਮ ਦਾ ਐਂਟੀਡੋਟ ਹੈ ਕੈਲਸ਼ੀਅਮ ਗਲੂਕੋਨੇਟ। ਸੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਕਲਾਇੰਟ ਇਜ਼ ਸ਼ੈਡਿਊਲਡ ਫॉर ऑर्किटेक्टमी, which of the following procedures support the term orchitectomy? Option A partial surgical removal of penis, option B dissection of a related lymph node, option C surgical removal of entire scrotum, option D surgical removal of testicles। so orchidectomy ਕੀ ਹੁੰਦਾ ਹੈ? surgical procedure to remove the one or both testicle। so ਸਾਡੀ right option ਕਿਹੜੀ ਆ? option D surgical removal of testicle। so ਇਹ ਆਪਾਂ ਕਿਉਂ ਕਰਦੇ ਆ? to prevent testicular cancer or to prevent male breast cancer or prostate cancer। ਤੇ ਬਾਕੀ option ਜਿਵੇਂ ਕਿ option A ਹੈ partial surgical removal of penis ਨੂੰ ਆਪਾਂ ਕੀ ਬੋਲਦੇ ਹਾਂ? penectomy। ਤੇ dissection of related lymph node is lymphadenectomy। right answer ਕੀ ਹੈ ਸਾਡਾ? option D surgical removal of testicle is called as orchiectomy। so ਇਹ ਸੀ ਅੱਜ ਦੇ ਕੁਐਸਚਨ। I hope ਤੁਸੀਂ ਸਾਰਿਆਂ ਨੇ ਇਹ ਕੁਐਸਚਨ ਦੇਖ ਲਏ ਹੋਣਗੇ ਤੇ ਤੁਸੀਂ ਸਾਡੇ ਚੈਨਲ ਤੇ ਜਾ ਕੇ ਪ੍ਰੀਵੀਅਸ ਵੀਡੀਓਜ਼ ਦੇਖ ਸਕਦੇ ਹੋ। ਤੇ ਸਾਡਾ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।